ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਜਿਵੇਂ ਕਿ PSPCL ਦੁਆਰਾ 1690 ਪੋਸਟਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ, ਤਾਂ ਸਾਰੇ ਬੱਚਿਆਂ ਨੇ ਤਿਆਰੀ ਮੈਨੂੰ ਉਮੀਦ ਹੈ ਕਿ ਕਰਨੀ ਸ਼ੁਰੂ ਕਰਤੀ ਹੋਵੇਗੀ। ਉਸੇ ਵਾਸਤੇ ਇੱਕ ਵੀਡੀਓ ਮੈਂ ਬੜੀ ਹੀ ਬੇਸਿਕ ਜਿਹੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਅੱਜ ਹਾਜ਼ਰ ਹੋਇਆਗਾ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਪੇਪਰ ਦੇ ਵਿੱਚ ਕੁਐਸਚਨਸ ਜਿਹੜੇ ਆਉਂਦੇ ਹੈਗੇ ਉਹਨਾਂ ਦਾ ਲੈਵਲ ਕਿਵੇਂ ਦਾ ਹੋਏਗਾ। ਕਿਉਂਕਿ ਜ਼ਿਆਦਾਤਰ ਬੱਚੇ ਆ ਜਿਹੜੇ ਉਹ ਨਵੇਂ ਨੇਗੇ, ਉਹਨਾਂ ਨੇ ਪਹਿਲਾਂ ਪੇਪਰ ਨਹੀਂ ਦਿੱਤੇ ਹੋਏ ਹੈਗੇ, ਤਾਂ ਇਸ ਲਈ ਕੁਝ ਕੁਐਸਚਨਸ ਬੇਸਿਕ ਕੁਐਸਚਨਸ ਤੁਹਾਨੂੰ ਮੈਂ ਸਟਾਰਟ ਕਰਨ ਲੱਗਿਆਗਾ। ਵੈਸੇ ਸਾਡੇ YouTube ਚੈਨਲ ਦੇ ਉੱਪਰ ਹੋਰ ਵੀ ਬਥੇਰੀਆਂ ਵੀਡੀਓਜ਼ ਨੇਗੀਆਂ, ਪਰ ਇਹ ਬਿਲਕੁਲ ਬੇਸਿਕ ਵੀਡੀਓ ਹੋਣ ਵਾਲੀ ਅੱਜ ਦੀ। ਅਤੇ ਅੱਜ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਸੋਚਿਆ ਹੈ ਕਿ ਮੰਨ ਲਓ ਇਹ ਪੇਪਰ ਸਾਡੇ ਕੋਲ ਪਹਿਲੀ ਵਾਰੀ ਅਸੀਂ ਪੜ੍ਹ ਰਹੇ ਹਾਂਗੇ। ਮੈਂ ਵੀ ਇਹਨੂੰ ਕੋਈ ਸਕ੍ਰਿਪਟਡ ਵੀਡੀਓ ਨਹੀਂ ਹੈਗੀ, ਮੇਰੇ ਕੋਲ ਕੋਈ ਸਾਈਡ ਦੇ ਉੱਪਰ ਲਿਖਿਆ ਨਹੀਂ ਪਿਆ, ਮੈਂ ਉੱਥੋਂ ਦੇਖ ਕੇ ਬੋਲੀ ਜਾਊਂਗਾ। ਤੁਹਾਡੇ ਸਾਹਮਣੇ ਦੱਸੂਗਾ ਵੀ ਕਿਹੜੀ ਗਲਤੀ ਹੈ ਜਿਹੜੇ ਬੱਚੇ ਨੂੰ ਪੜ੍ਹਨ ਵੇਲੇ ਕਈ ਵਾਰੀ ਕੁਐਸਚਨ ਆਉਂਦਾ ਹੁੰਦਾ ਗਾ, ਪਰ ਗਲਤੀਆਂ ਕਿਹੜੀਆਂ ਨੇਗੀਆਂ ਜਿਹੜੀਆਂ ਸਾਡੇ ਨੰਬਰ ਘਟਾਉਂਦੀਆਂ ਨੇਗੀਆਂ। ਪਹਿਲੀ ਵਾਰ ਜਿਹੜੇ ਬੰਦੇ ਆਬਜੈਕਟਿਵ ਟਾਈਪ ਕੁਐਸਚਨ ਦੇਖਣ ਜਾਓਗੇ ਜਾਂ ਪਹਿਲੀ ਵਾਰੀ ਪੇਪਰ ਦੇਵੋਗੇ, ਉਹਨਾਂ ਨੂੰ ਕਿਹੜੀਆਂ ਗਲਤੀਆਂ ਨੇਗੀਆਂ ਜਿਹੜੀਆਂ ਨੰਬਰ ਘਟਵਾ ਸਕਦੀਆਂ, ਉਹਦੇ ਬਾਰੇ ਮੈਂ ਅੱਜ ਤੁਹਾਨੂੰ ਜਾਣੂ ਕਰਵਾਉਣ ਲੱਗਿਆ। ਤਾਂ ਬੱਚੇ ਸਭ ਤੋਂ ਪਹਿਲਾਂ ਆਪਾਂ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂਗੇ। ਪਹਿਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਗਾ ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ। ਰਜਿਸਟੈਂਸ ਕਿਸ ਮੀਟਰ ਦੀ ਵੱਧ ਹੁੰਦੀ ਹੈ। ਦੇਖੋ ਬੱਚਿਓ, ਇਹਦੇ ਵਿੱਚ ਕੀ ਹੈਗਾ, ਰਜਿਸਟੈਂਸ ਸਾਡੇ ਕੋਲੇ ਐਮੀਟਰ ਲਿਖਿਆ, ਇਹਨੇ ਵੋਲਟ ਮੀਟਰ ਲਿਖਿਆ, ਗੈਲਵੈਨੋਮੀਟਰ ਲਿਖਿਆ ਅਤੇ ਓਮ ਮੀਟਰ ਲਿਖਿਆ। ਹੁਣ ਧਿਆਨ ਨਾਲ ਥੋੜ੍ਹਾ ਸਾਰਿਆਂ ਦੀ ਵਰਕਿੰਗ ਆਪਾਂ ਸਮਝ ਲੈਂਦੇ। ਆਪਾਂ ਨੇ ਕੁਐਸਚਨਾਂ ਤੱਕ ਨਹੀਂ ਜਾਣਾ, ਆਪਾਂ ਕੰਸੈਪਟਾਂ ਤੱਕ ਜਾਣਾ ਕਿ ਇਸ ਕੁਐਸਚਨ ਦੇ ਨਾਲ ਮਿਲਦੇ ਜੁਲਦੇ ਜਿੰਨੇ ਵੀ ਕੰਸੈਪਟ ਹੋਣਗੇ ਆਪਾਂ ਨਾਲ ਦੀ ਨਾਲ ਡਿਸਕਸ ਕਰੀ ਜਾਵਾਂਗੇ। ਬੱਚਿਓ, ਐਮੀਟਰ ਸਾਰਿਆਂ ਨੂੰ ਪਤਾ ਕੀ ਕਰਦਾ ਹੈਗਾ। ਐਮੀਟਰ ਕਰਦਾ ਹੈਗਾ ਤੁਹਾਡੀ ਕਰੰਟ ਨੂੰ ਮਾਪਦਾ। ਬੱਚਿਓ, ਕਰੰਟ ਨੂੰ ਮਾਪਦਾ। ਅਤੇ ਲੱਗਦਾ ਕਿਵੇਂ ਹੁੰਦਾ ਪਤਾ, ਸੀਰੀਜ਼ ਦੇ ਵਿੱਚ ਲੱਗਦਾ ਹੁੰਦਾ, ਇਹ ਗੱਲ ਸਾਨੂੰ ਪਤਾ ਹੈਗੀ, ਠੀਕ ਹੈ। ਅਤੇ ਸੀਰੀਜ਼ ਦੇ ਵਿੱਚ ਲੱਗਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇਗੀਆਂ, ਅੱਗੇ ਆਪਾਂ ਪੜ੍ਹੀ ਜਾਵਾਂ, ਜਿਵੇਂ ਸੀਰੀਜ਼ ਮੋਟਰਾਂ ਆਉਣਗੀਆਂ ਜਾਂ ਕੁਛ ਜੋ ਵੀ ਆਊਗਾ, ਸੀਰੀਜ਼ ਦੇ ਵਿੱਚ ਲੱਗਣ ਵਾਲਿਆਂ ਦੀ ਰਜਿਸਟੈਂਸ ਹਮੇਸ਼ਾ ਘੱਟ ਹੋਣੀ ਚਾਹੀਦੀ ਹੈ। ਕਿਉਂਕਿ ਮੰਨ ਲਓ ਮੇਰੇ ਕੋਲ ਇੱਥੇ ਇੱਕ ਵੋਲਟੇਜ ਸੋਰਸ ਹੈਗਾ ਅਤੇ ਇੱਥੇ ਕੋਈ ਨਾ ਕੋਈ ਰਜਿਸਟੈਂਸ ਲਗਾਈ ਹੋਈ ਹੈ, ਇੱਥੇ ਆਹ ਲੋਡ ਲੱਗਿਆ ਹੋਇਆ। ਬੱਚੇ, ਜੇ ਇਹਦੀ ਰਜਿਸਟੈਂਸ ਵੱਧ ਹੋਵੇਗੀ ਨਾ, ਤਾਂ ਕਰੰਟ ਨੇ ਇਸ ਲੋਡ ਤੱਕ ਪਹੁੰਚਣਾ ਹੀ ਨਹੀਂ ਹੈਗਾ। ਤਾਂ ਜਿਹੜਾ ਵੀ ਇੰਸਟਰੂਮੈਂਟ ਸਾਡਾ ਸੀਰੀਜ਼ 'ਚ ਲੱਗੇਗਾ, ਉਹਦੀ ਰਜਿਸਟੈਂਸ ਕੀ ਹੋਣੀ ਚਾਹੀਦੀ ਆ, ਹੇਠਾਂ ਨੂੰ ਤੀਰ ਜਦੋਂ ਵੀ ਮਾਰਿਆ ਕਰੂ ਇਹਦਾ ਮਤਲਬ ਹੋਇਆ ਕਰੂ ਘੱਟ। ਬੱਚਿਓ, ਮੇਰੀਆਂ ਵੀਡੀਓਜ਼ ਦੇ ਵਿੱਚ ਜਿੱਥੇ ਵੀ ਤੀਰ ਹੇਠਾਂ ਨੂੰ ਆ ਉਹਦਾ ਮਤਲਬ ਘੱਟ, ਜਿੱਥੇ ਤੀਰ ਉੱਪਰ ਨੂੰ ਉਹਦਾ ਮਤਲਬ ਵੱਧ। ਤਾਂ ਐਮੀਟਰ ਆ ਜਿਹੜੇ, ਉਹਦੀ ਰਜਿਸਟੈਂਸ ਕੀ ਹੁੰਦੀ ਹੈਗੀ, ਘੱਟ ਹੁੰਦੀ ਆ। ਵੋਲਟ ਮੀਟਰ ਆ ਜਿਹੜਾ, ਵੋਲਟ ਮੀਟਰ ਨੂੰ ਕਿਵੇਂ ਲਗਾਇਆ ਜਾਂਦਾ। ਦੇਖੋ, ਵੋਲਟ ਮੀਟਰ ਨੂੰ ਰਾਜੇ ਹਮੇਸ਼ਾ ਪੈਰਲਲ ਦੇ ਵਿੱਚ ਲਗਾਇਆ ਜਾਂਦਾ। ਵੋਲਟ ਮੀਟਰ ਕਰਦਾ ਕੀ ਆ ਪਤਾ, ਇਹ ਵੋਲਟੇਜ ਨੂੰ ਨਾਪਦਾ। ਅਤੇ ਕਿਵੇਂ ਲਗਾਇਆ ਜਾਂਦਾ ਬੱਚੇ, ਇਹ ਪੈਰਲਲ ਦੇ ਵਿੱਚ ਲਗਾਇਆ ਜਾਂਦਾ ਹੈਗਾ। ਪੈਰਲਲ ਦੇ ਵਿੱਚ ਦੇਖੋ, ਹੁਣ ਮੰਨ ਲਓ ਆਹ ਤੁਹਾਡੇ ਕੋਲੇ ਪੋਜ਼ੀਟਿਵ ਸਪਲਾਈ ਆ ਅਤੇ ਆਹ ਤੁਹਾਡੇ ਕੋਲੇ ਨੈਗੇਟਿਵ ਸਪਲਾਈ ਆ, ਹੈ ਨਾ, ਜਾਂ ਫੇਸ ਅਤੇ ਨਿਊਟਰਲ ਆ। ਜਿਹੜੀ ਤੁਹਾਡੇ ਘਰ ਦੇ ਵਿੱਚ ਉਹ ਪਲੱਗ ਨਹੀਂ ਬਣਿਆ ਹੁੰਦਾ ਹੈਗਾ ਇੱਦਾਂ, ਜੇ ਤੁਸੀਂ ਵੋਲਟ ਮੀਟਰ ਵੋਲਟੇਜ ਮਾਪਣੀ ਹੋਵੇ ਤਾਂ ਤੁਸੀਂ ਪੈਰਲਲ ਦੇ ਵਿੱਚ ਲਗਾਉਣੇ ਹੋ। ਮਤਲਬ ਆਹ ਜਿਹੜਾ ਵੋਲਟ ਮੀਟਰ ਆ, ਇਹਦੀ ਇੱਕ ਤਾਰ ਪੋਜ਼ੀਟਿਵ 'ਚ ਲਗਾ ਦਿੰਦੇ ਹੋ, ਇੱਕ ਤਾਰ ਸਿੱਧੀ ਨੈਗੇਟਿਵ 'ਚ ਲਗਾ ਦਿੰਦੇ ਹੋ। ਬੱਚੇ, ਜਦੋਂ ਤੁਸੀਂ ਸਿੱਧਾ ਪੋਜ਼ੀਟਿਵ ਅਤੇ ਨੈਗੇਟਿਵ ਨੂੰ ਸ਼ਾਰਟ ਕਰ ਰਹੇ ਹੋਗੇ, ਤਾਂ ਉਦੋਂ ਜੇ ਕਿਤੇ ਕਰੰਟ ਬਹੁਤ ਜ਼ਿਆਦਾ ਇੱਥੇ ਫਲੋ ਹੋ ਗਿਆ ਤਾਂ ਇੱਥੇ ਪਟਾਕਾ ਪੈ ਜਾਏਗਾ, ਸ਼ਾਰਟ ਸਰਕਟ ਹੋ ਜਾਏਗਾ। ਇਟ ਮੀਨਸ ਇੱਥੇ ਰਜਿਸਟੈਂਸ ਆ ਜਿਹੜੀ, ਉਹ ਇੰਨੀ ਕੁ ਜ਼ਿਆਦਾ ਹੋਣੀ ਚਾਹੀਦੀ ਆ ਕਿ ਜਿਹੜਾ ਕਰੰਟ ਹੈਗਾ ਉਹ ਲਿਮਟਡ ਜਾਂ ਫਲੋ ਹੋਵੇ, ਜਿਹੜਾ ਕਿ ਇਹ ਵੋਲਟ ਮੀਟਰ ਆ ਜਿਹੜਾ ਉਹ ਸਹਾਰ ਸਕੇ ਅਤੇ ਰੀਡਿੰਗ ਦੇ ਸਕੇ। ਇਟ ਮੀਨਸ ਜਿਹੜਾ ਆਪਾਂ ਸਿੱਧਾ ਡਾਇਰੈਕਟਲੀ ਚੱਲ ਲਾਈ ਜਾਂਦੇ ਹਾਂ ਪੋਜ਼ੀਟਿਵ ਅਤੇ ਨੈਗੇਟਿਵ ਦੇ ਸਿੱਧਾ, ਜੇ ਮੰਨ ਲਓ ਰਾਜੇ ਆਪਾਂ ਇੱਕ ਪੋਜ਼ੀਟਿਵ ਅਤੇ ਨੈਗੇਟਿਵ ਦੇ ਵਿੱਚ ਇੱਕ ਮੰਨ ਲਓ ਤਾਰ ਪਾ ਰਹੇ ਹੈਗੇ ਆਪਾਂ, ਕੀ ਹੋਊਗਾ, ਇਹ ਕਿਹੜਾ ਆਪਣਾ ਲੂਪ ਹੁੰਦਾ, ਇੱਕ ਤਾਰ ਛੋਟੀ ਤਾਰ ਆਪਾਂ ਪੋਜ਼ੀਟਿਵ ਨੈਗੇਟਿਵ 'ਚ ਪਾਵੇਂ ਪਟਾਕੇ ਹੀ ਪੈਣਗੇ ਨਾ। ਤਾਂ ਉਹ ਕਿਉਂ ਪੈਂਦੇ ਆ, ਕਿਉਂਕਿ ਇੱਕ ਤਾਰ ਦੀ ਰਜਿਸਟੈਂਸ ਨਹੀਂ ਹੁੰਦੀ ਹੈਗੀ। ਤਾਂ ਆਪਾਂ ਵੋਲਟ ਮੀਟਰ ਜਿਹੜਾ ਇਹੋ ਜਿਹਾ ਡਿਵਾਈਸ ਆ ਜਿਹਦੀ ਜਿਹੜੀ ਰਜਿਸਟੈਂਸ ਹੈਗੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਆਨਸਰ ਇੱਥੇ ਸਾਡਾ ਖਤਮ ਹੋ ਗਿਆ, ਰਜਿਸਟੈਂਸ ਆ ਗਿਆ ਸਾਡਾ, ਵੋਲਟ ਮੀਟਰ ਆ ਗਿਆ ਸਾਡਾ ਆਨਸਰ। ਹੁਣ ਆਪਾਂ ਗੱਲ ਕਰਨੇ ਗੈਲਵੈਨੋਮੀਟਰ ਦੀ। ਗੈਲਵੈਨੋਮੀਟਰ ਅਤੇ ਐਮੀਟਰ ਲਗਭਗ ਇੱਕੇ ਚੀਜ਼ ਹੈਗੀ। ਗੈਲਵੈਨੋਮੀਟਰ ਬਹੁਤ ਥੋੜ੍ਹਾ ਕਰੰਟ ਮੈਜ਼ਰ ਕਰਦਾ ਹੈਗਾ, ਬਹੁਤ ਥੋੜ੍ਹਾ, ਸਿਰਫ ਐਂ ਦੱਸਦਾ ਵੀ ਕਿਸੇ ਚੀਜ਼ 'ਚ ਕਰੰਟ ਹੈਗਾ ਕਿ ਨਹੀਂ ਹੈਗਾ। ਟੈਸਟ ਪੈਨ ਵਾਂਗੂ ਸੂਈ ਜੀ ਲੱਗੀ ਹੁੰਦੀ ਹੈ, ਬਸ ਉਹ ਡਿਫਲੈਕਸ਼ਨ ਦੇ ਦਿੰਦੀ ਆ। ਪਰ ਜਿਹੜਾ ਹੈਗਾ ਤੁਹਾਡਾ ਐਮੀਟਰ, ਇਹ ਮਾਪ ਕੇ ਦੱਸਦਾ ਅਸਲ ਦੇ ਵਿੱਚ ਵੀ 0 ਤੋਂ ਲੈ ਕੇ 10 ਐਂਪੀਅਰ ਕਰੰਟ ਤੱਕ। ਅਸਲ ਦੇ ਵਿੱਚ ਕਰੰਟ 3 ਐਂਪੀਅਰ ਹੈਗਾ, 4 ਐਂਪੀਅਰ ਹੈ। ਤਾਂ ਰਜਿਸਟੈਂਸ ਵੱਧ ਕਿਹਦੇ ਵਿੱਚ, ਵੋਲਟ ਮੀਟਰ ਦੇ ਵਿੱਚ। ਜੇ ਘੱਟ ਆ ਗਿਆ, ਘੱਟ ਕਿਹਦੇ ਵਿੱਚ ਹੋਏਗੀ, ਐਮੀਟਰ ਦੇ ਵਿੱਚ ਹੋਏਗੀ। ਯਾਦ ਰੱਖਿਓ, ਇਹੀ ਆਪਸ਼ਨ ਆ। ਹੁਣ ਸਭ ਤੋਂ ਘੱਟ ਰਜਿਸਟੈਂਸ ਕਿਹਦੀ ਹੋਏਗੀ, ਐਮੀਟਰ ਦੀ ਹੋਏਗੀ। ਓਕੇ, ਚਲੋ ਅੱਗੇ ਕੁਐਸਚਨ ਚੱਲਦੇ ਆਂਗੇ। ਪਾਵਰ ਵਾਟ ਦੇ ਬਰਾਬਰ ਹੁੰਦੀ ਹੈ। ਇੱਕ ਤਾਂ ਪਾਵਰ ਆ ਗਿਆ ਇੱਥੇ ਲਿਖਿਆ ਹੋਇਆ, ਜਦੋਂ ਪਾਵਰ ਆ ਗਿਆ ਵਾਟਸ ਦੇ ਬਰਾਬਰ ਹੁੰਦੀ ਹੈ। ਮਤਲਬ ਕੀ ਹੈ ਰਾਜੇ, ਵਾਟਸ ਉਹਦੇ ਯੂਨਿਟ ਹੈਗੇ। ਮਤਲਬ ਉਹ ਪੁੱਛ ਰਿਹਾ ਕਿ ਪਾਵਰ ਦਾ ਕੀ ਫਾਰਮੂਲਾ ਹੁੰਦਾ ਹੈ।
ਪਾਵਰ ਦੇ ਫਾਰਮੂਲੇ ਆਪਾਂ ਕਿਹਾ ਸੀ ਪੀ ਇੱਥੇ ਚਲੋ W ਨਾਲ ਲਿਖਤਾ, ਆਪਾਂ ਵੈਸੇ ਪੀ ਨਾਲ ਲਿਖਦੇ ਹੁੰਦੇ ਹਾਂ ਪਾਵਰ ਨੂੰ। V/I ਫਾਰਮੂਲਾ ਹੁੰਦਾ ਇਹਦਾ, ਬਿਲਕੁਲ ਠੀਕ ਆ। ਵੀ ਜੇ ਵੋਲਟੇਜ ਨੂੰ ਕਰੰਟ ਨਾਲ ਗੁਣਾ ਕਰ ਦਈਏ ਤਾਂ ਆਪਣੇ ਕੋਲੇ ਪਾਵਰ ਆ ਜਾਂਦੀ ਆ। I²R ਵੀ ਠੀਕ ਹੈਗਾ, ਇਹਦੇ ਵਿੱਚ ਵੀ ਕੋਈ ਗਲਤੀ ਨਹੀਂ ਹੈਗੀ। ਤੀਜਾ ਬੱਚੇ ਆਪਾਂ ਜੇ ਆਪਾਂ ਨੂੰ ਵੋਲਟੇਜ ਦਿੱਤੀ ਹੋਵੇ ਤੇ ਰਜਿਸਟੈਂਸ ਦਿੱਤੀ ਹੋਵੇ ਤਾਂ V²R ਕਰਕੇ ਵੀ ਕੱਢ ਸਕਦੇ ਆਂਗੇ। ਤਾਂ ਆਨਸਰ ਜਿਹੜਾ ਹੈਗਾ ਸਾਡਾ ਇਹ ਸਾਰੇ ਠੀਕ ਨੇਗੇ ਬੱਚੇ, ਦਾ ਆਨਸਰ ਆਊਗਾ ਸਾਰੇ ਠੀਕ ਹਨ। V² ਦਾ ਮਤਲਬ ਪਤਾ ਕੀ ਹੈ ਇੱਥੇ, ਜਿੱਥੇ I² ਦਾ ਮਤਲਬ, ਇਹਦਾ ਮਤਲਬ ਕੀ ਹੈ ਜੇ ਤੁਹਾਨੂੰ 5 ਦਿੱਤਾ ਹੋਵੇ, ਵੋਲਟੇਜ 5 ਦਿੱਤੀ ਹੋਵੇ ਤੇ ਰਜਿਸਟੈਂਸ ਦਿੱਤੀ ਹੋਵੇ ਤੁਹਾਨੂੰ 2, ਤਾਂ ਇਹ 5 2 ਵਾਰੀ ਲਿਖਿਆ ਜਾਊਗਾ। ਸਕੁਏਅਰ ਦਾ ਮਤਲਬ 5 ਗੁਣਾ 5 ਡਿਵਾਈਡ ਬਾਏ 2, 25/2 ਆਨਸਰ ਆਊ, 12.5 ਆਊਗਾ। ਕਲੀਅਰ ਹੋ ਗਈ ਜੀ ਗੱਲ ਇਹ। ਅੱਗੇ ਚੱਲੀਏ ਫਿਰ ਆਪਾਂ। ਸੌਖੇ ਕੁਐਸਚਨ ਨੇ ਨਾ, ਸੌਖੇ ਆਉਣਗੇ ਕੁਐਸਚਨ, ਨਹੀਂ ਔਖੇ ਆਉਂਦੇ ਹੈਗੇ ਤੁਹਾਨੂੰ। ਚਲੋ ਤਾਂ ਆਨਸਰ ਸਾਡਾ ਜਿਹੜਾ ਆ ਗਿਆ ਜੀ ਉਹ ਆ ਗਿਆ D ਆ ਗਿਆ, ਸਾਰੇ ਠੀਕ ਆ। ਤਿੰਨੇ ਫਾਰਮੂਲੇ ਬੱਚੇ ਯਾਦ ਰੱਖ ਲੈਣੇ ਹੈਗੇ। ਇਹ ਨਾ ਸੋਚੀ ਪੇਪਰ ਦੇ ਵਿੱਚ ਦੇਖ ਕੇ ਆਪਾਂ ਲਗਾ ਦਾਂਗੇ, ਇਹਨੂੰ ਰੱਟਾ ਮਾਰਨਾ ਇਹਨਾਂ ਫਾਰਮੂਲਿਆਂ ਨੂੰ। ਪੇਪਰ ਦੇ ਵਿੱਚ ਤਿੰਨਾਂ ਦੇ ਵਿੱਚੋਂ ਕੋਈ ਫਾਰਮੂਲਾ ਪੁੱਛਿਆ ਜਾ ਸਕਦਾ, ਤੁਹਾਨੂੰ ਇਹਨਾਂ ਦੀ ਵੈਲਿਊਜ਼ ਦੇ ਦੇਣਗੇ, ਤੁਹਾਨੂੰ ਕਰੰਟ ਦੇ ਦੇਣਗੇ ਵੀ ਕਿੰਨਾ ਗਾ, ਰਜਿਸਟੈਂਸ ਦੇ ਦੇਣਗੇ, ਤੁਹਾਨੂੰ ਬਾਅਦ ਹੀ ਪੁੱਛ ਲੈਣਗੇ। ਉਹ ਤਾਂ ਯਾਦ ਆਊਗਾ ਜੇ ਆਹ ਫਾਰਮੂਲਾ ਯਾਦ ਹੋਊਗਾ ਸਾਡੇ। ਓਕੇ ਅੱਗੇ ਚਲੋ। ਰਜਿਸਟੈਂਸ ਓਹਮ ਵਿੱਚ ਬਰਾਬਰ ਹੁੰਦੀ ਹੈ, ਵੀ ਆਨਸਰ ਸਾਡਾ ਆਵੇ ਓਹਮ 'ਚ ਅਤੇ ਰਜਿਸਟੈਂਸ ਕਿਹਦੇ ਬਰਾਬਰ ਹੁੰਦੀ ਆ। ਬੱਚੇ ਇਹਨੂੰ ਲਿਖ ਕੇ ਦੇਖਣਾ ਪਊਗਾ। ਦੇਖੋ V ਇੱਥੇ ਰਜਿਸਟੈਂਸ ਹੈ ਇੱਕ, ਇੱਥੇ ਇੱਕ ਵੋਲਟੇਜ ਹੈ, ਇੱਥੇ ਕਰੰਟ ਆ। ਇੱਕ ਆਪਾਂ ਫਾਰਮੂਲਾ ਪੜ੍ਹਿਆ ਓਮਲਾ ਦਾ, V=I ਗੁਣਾ R। ਜੇ ਆਪਾਂ ਰਜਿਸਟੈਂਸ ਕੱਢਣੀ ਹੋਵੇ ਤਾਂ I ਨੂੰ ਆਪਾਂ ਇਹ ਥੱਲੇ ਲੈ ਕੇ ਜਾਵਾਂਗੇ ਨਾ, ਤਾਂ ਆਪਣਾ V/I ਬਣ ਜੂਗਾ। ਦੇਖੋ ਸਹੀ ਆ ਫਾਰਮੂਲਾ, ਆ ਤਾਂ ਠੀਕ ਆ। ਆਹ ਫਾਰਮੂਲਾ ਆਪਾਂ ਵਾਟ ਵੋਲਟੇਜ ਰਜਿਸਟੈਂਸ ਪੜ੍ਹਿਆ ਕਿਤੇ, ਉੱਪਰੇ ਪੜ੍ਹਿਆ ਦੇਖੋ, ਵਾਟ ਵੋਲਟੇਜ ਰਜਿਸਟੈਂਸ। ਤਾਂ ਇਹ ਫਾਰਮੂਲਾ ਆਪਾਂ ਦੁਬਾਰਾ ਲਿਖ ਲੈਂਦੇ, ਇੱਥੇ ਦੇਖਦੇ ਆਂਗੇ ਆਪਾਂ ਆਪਣਾ ਫਾਰਮੂਲਾ। ਆਪਾਂ ਤਾਂ ਇਹ ਤਾਂ ਆਪਾਂ ਪੜ੍ਹਿਆ ਨਹੀਂ ਹੈਗਾ ਬੱਚੇ, ਸਾਰੇ ਫਾਰਮੂਲਿਆਂ ਨੂੰ ਕਦੇ ਰੱਟੇ ਨਹੀਂ ਮਾਰੀ ਦੇ। ਆਪਾਂ ਸਿਰਫ ਫਾਰਮੂਲਾ ਪੜ੍ਹਿਆ ਵੀ ਜਿਹੜੀ ਵਾਟ ਹੁੰਦੇ ਹੈਗੇ ਦੈਟ ਇਜ਼ V² ਡਿਵਾਈਡ ਬਾਏ R ਹੁੰਦਾ। ਜਦੋਂ R ਕੱਢਣਾ ਹੋਵੇ, R ਰਾਜੇ ਪਿਆ ਹੈਗਾ ਵੰਡ ਦੇ ਵਿੱਚ, ਤਾਂ ਵੰਡ ਤੋਂ ਆਪਾਂ ਇਹਨੂੰ ਉੱਧਰ ਲੈ ਜਾਵਾਂਗੇ, ਠੀਕ ਹੈ। ਜਦੋਂ ਵੰਡ ਤੋਂ ਉੱਧਰ ਲੈ ਕੇ ਜਾਵਾਂਗੇ, ਬਰਾਬਰ ਹੈ ਦੇ ਉੱਧਰਲੇ ਪਾਸੇ ਲੈ ਕੇ ਜਾਵਾਂਗੇ, ਤਾਂ ਇੱਥੇ ਜਿਹੜਾ ਵੰਡ 'ਚ ਪਿਆ ਉੱਥੇ ਜਾ ਕੇ ਕੀ ਹੋ ਜਾਊਗਾ, ਗੁਣਾ 'ਚ ਹੋ ਜਾਊਗਾ। ਤਾਂ ਇਹ ਜਿਹੜਾ ਇੱਥੋਂ ਇਹ ਚੱਕਿਆ ਗਿਆ ਹੇਠੋਂ, ਇਹ ਬਣ ਗਿਆ। ਹੁਣ ਆਪਾਂ R ਨੂੰ ਇਕੱਲੇ R ਦੀ ਵੈਲਿਊ ਕੱਢਣੀ ਆ, ਤਾਂ ਇਹਦਾ ਮਤਲਬ ਆਹ ਹੁਣ W ਕਿਵੇਂ ਪਿਆ ਵੰਡ 'ਚ, ਇਹ ਉੱਧਰ ਜਾ ਕੇ ਕੀ ਹੋ ਜਾਊਗਾ, ਡਿਵਾਈਡ 'ਚ ਹੋ ਜਾਊਗਾ। ਤਾਂ ਆਪਾਂ ਇੱਥੋਂ ਇੱਥੇ ਕੱਟ ਕੇ ਅਤੇ ਇੱਥੇ ਇਹਦੇ ਵੰਡ 'ਚ ਲਿਖ ਦਾਂਗੇ। ਅਤੇ ਦੇਖੋ ਫਾਰਮੂਲਾ ਇਹੀ ਬਣ ਗਿਆ ਜਿਹੜਾ ਉੱਪਰ ਲਿਖਿਆ ਪਿਆ। ਪਰ ਆਇਆ ਕਿੱਥੋਂ ਆ, ਇਹ ਮੇਨ ਫਾਰਮੂਲਾ ਸੀ। ਇੱਕੋ ਹੀ ਯਾਦ ਰੱਖਣਾ, ਸਾਰੇ ਫਾਰਮੂਲੇ ਨੂੰ ਰੱਟਾ ਨਹੀਂ ਮਾਰਨਾ ਬੱਚਿਓ। ਆਹ P ਕਹਿ ਲਓ, ਚਾਹੇ W ਕਹਿ ਲਓ, ਵਾਟ ਕਹਿ ਲਓ, ਚਾਹੇ ਪਾਵਰ ਕਹਿ ਲਓ, ਇੱਕ ਹੀ ਗੱਲ ਹੁੰਦੀ ਹੈਗੀ, ਹੈ ਨਾ। ਆਇਆ ਇੱਥੋਂ ਆਗਾ ਇਹ ਬੱਚਿਓ, ਇਹ ਤਾਂ ਕਲੀਅਰ ਹੋ ਗਿਆ। ਹੁਣ ਆਹ ਦੇਖ ਲੈਂਦੇ ਜੀ, ਆਹ ਇੱਕ ਫਾਰਮੂਲਾ ਆ ਪੜਿਆ ਸੀਗਾ ਜਿਹਦੇ ਵਿੱਚ I ਸੀਗਾ, ਰਜਿਸਟੈਂਸ ਸੀਗੀ, W ਸੀਗਾ। ਅਸਲ ਫਾਰਮੂਲਾ ਜਿਹੜਾ ਸਾਨੂੰ ਯਾਦ ਇਸ ਤਾਂ ਉਹੀ ਰੱਖਣਾ, ਇਹਨੂੰ ਨਹੀਂ ਯਾਦ ਰੱਖਣਾ, ਰਜਿਸਟੈਂਸ W/I²। ਇਹ ਫਾਰਮੂਲਾ ਪਤਾ ਨਹੀਂ ਹੈਗਾ, ਨਹੀਂ ਇਹ ਨਹੀਂ ਰੱਖਣਾ ਆਪਾਂ ਨੇ। ਫਾਰਮੂਲਾ P=I²R ਹੁੰਦਾ। ਜੇ ਆਪਾਂ ਰਜਿਸਟੈਂਸ ਕੱਢਣੀ ਹੈ ਤਾਂ I ਕਿੱਧਰ ਜਾਊਗੀ ਬੱਚੇ, P ਦੇ ਥੱਲੇ ਜਾਏਗੀ। ਤਾਂ P/I², P ਮਤਲਬ ਪਾਵਰ, ਪਾਵਰ ਦੇ ਯੂਨਿਟ ਵਾਟ। ਤਾਂ ਆਨਸਰ ਵੀ ਸਹੀ ਆ। ਇਹ ਤਰ੍ਹਾਂ 'ਚ ਸਾਰੇ ਸਹੀ ਹੋ ਗਏ। ਬਹਾਨੇ ਨਾਲ ਤੁਹਾਨੂੰ ਫਾਰਮੂਲੇ ਵੀ ਤਾਂ ਰਟਾਉਣੇ ਆ ਨਾ, ਕਿਉਂਕਿ ਪਤਾ ਨਹੀਂ ਇਹਦੇ ਨਾਲ ਦੇ ਕਿੰਨੇ ਕੁਐਸਚਨ ਹੋ ਜਾਣਗੇ। ਸਿਰਫ ਇਹ 10 ਕੁਐਸਚਨ ਕਰਕੇ ਥੋੜ੍ਹਾ ਗੱਲ ਬਣਨੀ ਹੈਗੀ। ਤਾਂ ਤੁਹਾਨੂੰ ਇੱਕ ਵਾਰੀ ਫਾਰਮੂਲੇ ਰੱਟੇ ਗਏ ਬੱਚਿਓ, ਉਸ ਤੋਂ ਬਾਅਦ ਆਪਣੇ ਆਪ ਜਿਹੜਾ ਤੁਹਾਡਾ ਫਲੋ ਹੈਗਾ ਆਪਣੇ ਆਪ ਬਣ ਜਾਏਗਾ, ਪੇਪਰ ਨਿਕਲਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਅੱਗੇ ਦੇਖੋ ਬੱਚਿਓ, ਕਨਵੈਨਸ਼ਨਲ ਕਰੰਟ ਚੱਲਦੀ ਹੈ। ਕਨਵੈਨਸ਼ਨਲ ਕਰੰਟ ਕਿੱਧਰੋਂ ਕਿੱਧਰ ਜਾਂਦਾ। ਕਨਵੈਨਸ਼ਨਲ ਕਰੰਟ ਜਿਹੜਾ ਸਾਡਾ ਨੋਰਮਲ ਸਾਡੇ ਜਿਹੜਾ ਕਰੰਟ ਹੁੰਦਾ ਗਾ, ਉਹਦੇ ਚਾਲ ਕਿੱਧਰ ਆ। ਅੱਛਾ ਜੇ ਮੈਂ ਤੁਹਾਨੂੰ ਕਹਾਂ ਪਾਣੀ ਦੀ ਚਾਲ ਕਿੱਧਰ ਹੁੰਦੀ ਆ, ਪਾਣੀ ਹੈ ਜੀ, ਉਹ ਵੱਧ ਹਾਈਟ ਤੋਂ, ਵੱਧ ਤੋਂ ਨਿਮਾਣ ਵੱਲ ਜਾਂਦਾ ਨਾ, ਵੱਧ ਦੀ ਥਾਂ 'ਤੇ ਗੱਲ ਉੱਚਾਈ ਤੋਂ, ਉੱਚਾਈ ਤੋਂ ਨਿਮਾਣ ਵੱਲ ਜਾਂਦਾ ਹੁੰਦਾ ਪਾਣੀ। ਉੱਚਾਈ ਦਾ ਮਤਲਬ ਕੀ ਹੈਗਾ ਵੀ ਫੁੱਟਾਂ ਦੇ ਵਿੱਚ, ਮੀਟਰਾਂ ਦੇ ਵਿੱਚ ਪਲੱਸ ਆ ਕੁਛ ਨਾ ਕੁਛ। ਨਿਮਾਣ ਦਾ ਮਤਲਬ ਕੀ ਹੈ ਵੀ ਗਰਾਊਂਡ ਫਲੋਰ ਤੋਂ ਹੇਠਾਂ ਨੂੰ ਆਗਾ। ਇਹਦਾ ਮਤਲਬ ਉੱਚਾ ਮਤਲਬ ਪੋਜ਼ੀਟਿਵ ਹੈ, ਨੀਵਾਂ ਮਤਲਬ ਨੈਗੇਟਿਵ ਹੈ। ਆਪਾਂ ਕਹਿੰਦੇ ਉੱਚੇ ਉੱਠੋ, ਪੋਜ਼ੀਟਿਵਿਟੀ ਲਿਆਓ। ਜਿਹੜਾ ਬੰਦਾ ਨੀਵਾਂ ਡਿੱਗ ਪਿਆ ਉਹਨੂੰ ਕੀ ਕਹਿਣਾ ਬੰਦਾ, ਵੀ ਨੈਗੇਟਿਵ ਆ ਜੀ ਇਹ ਤਾਂ ਬੰਦਾ। ਤਾਂ ਇਹਦਾ ਮਤਲਬ ਪਾਣੀ ਉੱਚੇ ਤੋਂ ਨੀਵੇਂ ਵੱਲ ਜਾਂਦਾ। ਤਾਂ ਕਰੰਟ ਵੀ ਰਾਜੇ ਉੱਚਾ, ਉੱਚਾ ਮਤਲਬ ਪੋਜ਼ੀਟਿਵ, ਨੀਵਾਂ ਮਤਲਬ ਨੈਗੇਟਿਵ। ਤਾਂ ਕਨਵੈਨਸ਼ਨਲ ਕਰੰਟ ਵੀ ਪੋਜ਼ੀਟਿਵ ਤੋਂ ਨੈਗੇਟਿਵ ਲੱਭ ਲਓ, ਕਿੱਥੇ ਲਿਖਿਆ ਹੋਇਆ, ਆਹ ਲਿਖਿਆ ਹੋਏਗਾ। ਆਨਸਰ ਸਹੀ ਹੈ। ਜਿਹੜਾ ਕਨਵੈਨਸ਼ਨਲ ਕਰੰਟ ਆ ਬੱਚੇ, ਉਹ ਪੋਜ਼ੀਟਿਵ ਤੋਂ ਨੈਗੇਟਿਵ ਵੱਲ ਜਾਂਦਾ ਹੈ। ਇਹ ਗੱਲ ਸਮਝ ਆ ਗਈ। ਹੁਣ ਇੱਥੇ ਇੱਕ ਪਹੇਲੀ ਪਾਤੀ ਇਹਨਾਂ ਨੇ, ਕਹਿੰਦਾ ਇਲੈਕਟ੍ਰੋਨ ਕਿੱਧਰ ਫਲੋ ਕਰਦੇ ਹੈਗੇ। ਹਰ ਬੱਚਾ ਕੁਐਸਚਨ ਪੁੱਛਦਾ ਇਹ, ਇਲੈਕਟ੍ਰੋਨ ਕਿੱਧਰ। ਦੇਖੋ ਬੱਚਿਓ, ਆਪਾਂ ਇਹ ਗੱਲ ਕਹਿੰਦੇ ਹੈਗੇ ਵੀ ਜਿਹੜਾ ਸਾਡਾ ਕਰੰਟ ਹੁੰਦਾ ਉਹ ਕਿਹਦੇ ਕਰਕੇ ਫਲੋ ਕਰਦਾ। ਕਰੰਟ ਦੀ ਜਿਹੜੀ ਡੈਫੀਨੇਸ਼ਨ ਹੁੰਦੀ ਹੈ ਬੱਚੇ, ਉਹ ਕਰੰਟ ਦੀ ਡੈਫੀਨੇਸ਼ਨ ਇਹ ਹੈਗੀ ਵੀ ਕਰੰਟ ਦੀ ਹਿਲਜੁਲ ਨੂੰ, ਫਲੋ ਆਫ ਇਲੈਕਟ੍ਰੋਨ ਨੂੰ, ਫਲੋ ਆਫ
ਇਲੈਕਟ੍ਰੋਨ ਨੂੰ ਆਪਾਂ ਕਰੰਟ ਕਹਿੰਦੇ ਆ ਵੀ ਜਿੱਧਰ ਇਲੈਕਟ੍ਰੋਨ ਜਾਣਗੇ ਉੱਧਰ ਹੀ ਕਰੰਟ ਜਾਣਾ ਚਾਹੀਦਾ ਨਾ, ਪਰ ਇਹ ਇੱਥੇ ਇੱਕ ਪਹੇਲੀ ਆ, ਜਿੱਧਰ ਨੂੰ ਇਲੈਕਟ੍ਰੋਨ ਜਾਂਦੇ ਆ ਉੱਧਰ ਨੂੰ ਕਰੰਟ ਨਹੀਂ ਜਾਂਦਾ। ਜਿਹੜੇ ਇਲੈਕਟ੍ਰੋਨ ਹੁੰਦੇ ਆ ਨਾ, ਇੱਕ ਗੱਲ ਯਾਦ ਰੱਖਿਓ ਬੱਚੇ, ਇਲੈਕਟ੍ਰੋਨ ਦੇ ਉੱਪਰ ਨਾ ਹਮੇਸ਼ਾ ਨੈਗੇਟਿਵ ਚਾਰਜ ਹੁੰਦਾ। ਇਲੈਕਟ੍ਰੋਨ ਹਰੇਕ ਕੰਡਕਟਰ ਦੇ ਵਿੱਚ ਇਲੈਕਟ੍ਰੋਨ ਪਏ ਹੁੰਦੇ ਹੈਗੇ। ਜਦੋਂ ਆਪਾਂ ਇਹਦੇ ਆਲੇ ਦੁਆਲੇ ਲਿਆ ਕੇ ਇੱਕ ਆਪਾਂ ਬੈਟਰੀ ਲਗਾਵਾਂਗੇ ਜਿਹਦਾ ਆਹ ਪਾਸਾ ਪੋਜ਼ੀਟਿਵ ਆ, ਪਾਸਾ ਨੈਗੇਟਿਵ ਆ, ਤਾਂ ਇਲੈਕਟ੍ਰੋਨ ਪਤਾ ਕਿੱਧਰ ਨੂੰ ਮੂਵ ਹੋਣਗੇ, ਹਮੇਸ਼ਾ ਪੋਜ਼ੀਟਿਵ ਨੈਗੇਟਿਵ ਵੱਲ ਅਤੇ ਨੈਗੇਟਿਵ ਪੋਜ਼ੀਟਿਵ ਵੱਲ ਖਿੱਚਿਆ ਜਾਂਦਾ ਹੁੰਦਾ। ਅਤੇ ਇਲੈਕਟ੍ਰੋਨ ਆਪ ਕੀ ਨੇ ਨੈਗੇਟਿਵ, ਤਾਂ ਖਿੱਚੇ ਕਿੱਧਰ ਜਾਣਗੇ ਬੱਚੇ, ਉਹ ਪੋਜ਼ੀਟਿਵ ਵੱਲ। ਤਾਂ ਇਲੈਕਟ੍ਰੋਨ ਜਿਹੜੇ ਹੈਗੇ ਉਹ ਨੈਗੇਟਿਵ ਤੋਂ ਪੋਜ਼ੀਟਿਵ ਵੱਲ ਫਲੋ ਕਰਦੇ ਆ, ਯਾਦ ਰੱਖਿਓ। ਇਹ ਗੱਲ ਯਾਦ ਰੱਖ ਲਓਗੇ ਵੀ ਇਲੈਕਟ੍ਰੋਨ ਇਸ ਤੋਂ ਪੁੱਠੇ ਹੁੰਦੇ ਆ। ਇਲੈਕਟ੍ਰੋਨ ਦੇ ਆਪਦੇ ਉੱਪਰ ਚਾਰਜ ਕਿਹੜਾ ਹੁੰਦਾ, ਨੈਗੇਟਿਵ, ਅਤੇ ਉਹ ਫਲੋ ਕਿੱਧਰੋਂ ਕਰਦੇ ਆ, ਨੈਗੇਟਿਵ ਤੋਂ ਪੋਜ਼ੀਟਿਵ ਵੱਲ। ਆਹ ਫਲੋ ਕਰਦੇ ਆ, ਨੈਗੇਟਿਵ ਤੋਂ ਪੋਜ਼ੀਟਿਵ ਵੱਲ ਫਲੋ ਕਰਦੇ ਆ। ਹਮੇਸ਼ਾ ਕਨਵੈਨਸ਼ਨਲ ਕਰੰਟ ਤੋਂ ਇਹ ਡਾਇਰੈਕਸ਼ਨ ਪੁੱਠੀ ਹੁੰਦੀ ਆ ਬੱਚਿਓ। ਕਲੀਅਰ ਹੋ ਗਈ ਜੀ ਗੱਲ ਇਹ। ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣੇ ਕੋਲ ਕਿਸ਼ਤੀ ਹੈਗੀ, ਆਹ ਪਾਣੀ ਪਿਆ ਗਾ, ਹੈ ਨਾ, ਆਪਾਂ ਇਹ ਚੱਪੂ ਨੂੰ ਕਿੱਧਰ ਨੂੰ ਧੱਕਦੇ, ਆਪਾਂ ਪਿੱਛੇ ਨੂੰ ਧੱਕਦੇ ਆ ਨਾ ਚੱਪੂ ਨੂੰ, ਹੈ ਨਾ, ਅਤੇ ਆਪਾਂ ਧੱਕ ਪਿੱਛੇ ਨੂੰ ਰਹੇ ਹਾਂ ਪਾਣੀ ਨੂੰ, ਅਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ, ਅੱਗੇ ਨੂੰ। ਤਾਂ ਆਪਸ ਦੇ ਵਿੱਚ ਇਹਨਾਂ ਦੀ ਕੰਟਰਾਡਿਕਸ਼ਨ ਹੋ ਗਈ ਨਾ। ਉਸੇ ਤਰੀਕੇ ਨਾਲ ਕਰੰਟ ਜਿਹੜਾ ਜਿੱਧਰ ਨੂੰ ਜਾਂਦਾ, ਕਰੰਟ ਜੇ ਇੱਧਰ ਨੂੰ ਜਾ ਰਿਹਾ ਤਾਂ ਮਤਲਬ ਇਲੈਕਟ੍ਰੋਨ ਜਿਹੜੇ ਹੋਣਗੇ ਇੱਧਰੋਂ ਪੁੱਠੇ ਜਾਂਦੇ ਹੁੰਦੇ ਆ। ਇਸ ਐਗਜ਼ਾਮਪਲ ਤੋਂ ਇਹਨੂੰ ਸਮਝ ਲਿਓ, ਠੀਕ ਹੈ ਜੀ। ਓਕੇ, ਅੱਗੇ ਚੱਲਦੇ ਆਂਗੇ ਫਿਰ ਆਪਾਂ ਅਗਲੇ ਕੁਐਸਚਨ ਦੇ ਵਿੱਚ। ਅਗਲੀ ਵਾਰ ਤੋਂ ਅਗਲੇ ਪੇਪਰ ਵਾਸਤੇ ਨਾ ਵਿਚਾਲੇ ਥਾਂ ਛੱਡ ਲਿਆ ਕਰਨ, ਥੋੜ੍ਹਾ ਜਿਹਾ ਹੁਣ ਕਾਚਾ ਵਾਚਾ ਜਿਹਾ ਹੋ ਰਿਹਾ ਹੈਗਾ, ਠੀਕ ਹੈ। ਚਲੋ ਅਗਲਾ ਦੇਖੋ ਬੱਚੇ, ਆਹ ਬੜਾ ਕੁਐਸਚਨ ਵਧੀਆ ਹੈਗਾ। ਚਾਲਕਾਂ ਦੀ ਵਧੀਆ ਤੋਂ ਘਟੀਆ ਤਰਤੀਬ ਕੀ ਹੈ? ਪਹਿਲਾਂ ਤਾਂ ਬੱਚੇ ਤੁਸੀਂ ਸਿੱਖਣਾ ਚਾਲਕ ਕੀ ਹੁੰਦੇ ਨੇਗੇ। ਚਾਲਕ, ਚਾਲ, ਜਿਨ੍ਹਾਂ ਦੇ ਅੰਦਰ ਚਾਲ ਹੁੰਦੀ ਆ। ਕਿਹਦੀ ਚਾਲ? ਕਰੰਟ ਦੀ ਚਾਲ। ਇਹੋ ਜਿਹਾ ਕੋਈ ਵੀ ਮਟੀਰੀਅਲ, ਇਹੋ ਜਿਹਾ ਪਦਾਰਥ ਜਿਹਦੇ ਅੰਦਰ ਕਰੰਟ ਸੌਖਾ ਫਲੋ ਕਰ ਜੇ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਚਾਲਕ। ਇਹਨਾਂ ਦੀ ਵਧੀਆ ਮਤਲਬ ਜਿਹਦੇ ਅੰਦਰ ਬਹੁਤ ਜ਼ਿਆਦਾ ਸੌਖਾ ਲੰਘ ਜੇ ਕਰੰਟ, ਉਹ ਬਹੁਤ ਵਧੀਆ। ਜਿਹਦੇ ਵਿੱਚ ਥੋੜ੍ਹਾ ਜਿਹਾ ਔਖਾ ਲੰਘੇ, ਉਹ ਘਟੀਆ। ਜਿਹਦੀ ਚਾਲ ਬਹੁਤ ਵਧੀਆ, ਹੁਣ ਜੇ ਮੈਂ ਤੁਹਾਨੂੰ ਪੁੱਛਾਂ ਵੀ ਸੜਕ 'ਤੇ ਚੱਲਣਾ ਸੌਖਾ ਹੈਗਾ ਕਿ ਗਾਰੇ 'ਚ ਚੱਲਣਾ ਸੌਖਾ ਹੈਗਾ, ਤਾਂ ਤੁਹਾਨੂੰ ਕਿੱਥੇ ਚੱਲਣਾ ਸੌਖਾ ਰਾਜੇ? ਸੜਕ 'ਤੇ। ਤਾਂ ਸੜਕ 'ਤੇ ਚੱਲਣਾ ਸੌਖਾ, ਇਹਦਾ ਮਤਲਬ ਉੱਥੇ ਤੁਹਾਡੀ ਚਾਲ ਵਧੀਆ ਹੈਗੀ। ਇਹਦਾ ਮਤਲਬ ਸੜਕ ਦੀ ਚਾਲਕਤਾ ਵਧੀਆ ਹੈਗੀ ਗਾਰੇ ਨਾਲੋਂ। ਜਾਂ ਫਿਰ ਇਹ ਕਹਿ ਲਓ ਵੀ ਸੜਕ ਦੀ ਜਿਹੜੀ ਰਜਿਸਟੈਂਸ ਹੈਗੀ, ਜਿਹੜਾ ਪ੍ਰਤੀਰੋਧ ਆ, ਜਿਹੜਾ ਆਪੋਜੀਸ਼ਨ ਆ, ਜਿਹੜੀ ਫ੍ਰਿਕਸ਼ਨ ਆ, ਉਹ ਵੱਧ ਆ, ਤਾਂ ਕਰਕੇ ਉਹ ਤਾਂ ਘੱਟ ਆ। ਸੌਰੀ, ਸੜਕ ਦੀ ਜਿਹੜੀ ਰਜਿਸਟੈਂਸ ਹੈਗੀ ਉਹ ਘੱਟ ਆ। ਸੜਕ ਦੀ ਜਿਹੜੀ ਰਜਿਸਟੈਂਸ ਹੈਗੀ ਬੱਚੇ, ਦਾ ਮਤਲਬ ਕੀ ਹੈਗਾ? ਚਾਲ ਉੱਥੇ ਵੱਧ, ਦਾ ਮਤਲਬ ਉਹਦੀ ਰਜਿਸਟੈਂਸ ਜਿਹੜੀ ਫ੍ਰਿਕਸ਼ਨ ਆ ਉਹ ਘੱਟ ਆ। ਪਰ ਉਹੀ ਜੇ ਆਪਾਂ ਗਾਰੇ ਦੀ ਗੱਲ ਕਰਾਂਗੇ, ਉੱਥੇ ਕੀ ਹੈਗਾ ਬੱਚੇ? ਉੱਥੇ ਰਜਿਸਟੈਂਸ ਵੱਧ ਹੁੰਦੀ ਹੈਗੀ, ਪ੍ਰਤੀਰੋਧ ਵੱਧ ਹੁੰਦਾ ਹੈਗਾ, ਉੱਥੇ ਆਪਣਾ ਚੱਲਣਾ ਔਖਾ ਹੁੰਦਾ। ਅਤੇ ਜਿਵੇਂ ਆਪਾਂ ਤੁਰਦੇ ਹਾਂ ਯਾਰ, ਆਪਣੇ ਵਰਗੇ ਵਿਚਾਰਾ ਕਰੰਟ ਹੈਗਾ, ਠੀਕ ਹੈ। ਚਲੋ, ਤਾਂ ਇਹਦੀ ਚਾਲਕਤਾ ਵਾਸਤੇ ਰਾਜੇ ਇੱਕ ਬੜਾ ਵਧੀਆ ਫਾਰਮੂਲਾ ਦਿੱਤਾ ਸੀਗਾ ਹਰਭਜਨ ਸਰ ਨੇ। ਸ਼ਾਇਦ ਤੁਹਾਡੇ 'ਚੋਂ ਕਾਫੀ ਬੰਦੇ ਉਹਨਾਂ ਨੂੰ ਜਾਣਦੇ ਹੋਣਗੇ, ਬੜੇ ਰਿਸਪੈਕਟਡ ਨੇਗੇ। ਇਲੈਕਟ੍ਰੀਕਲ ਦੇ ਬਹੁਤ ਬੱਚੇ ਉਹਨਾਂ ਨੇ ਚਾਨਣ ਕੀਤਾ ਗਾ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਬਹੁਤ ਬੱਚਿਆਂ ਨੂੰ ਸਿੱਧੇ ਰਾਹ ਪਾਇਆ ਗਾ। ਤਾਂ ਚਾਲਕਾਂ ਵਾਸਤੇ ਉਹਨੇ ਇੱਕ ਬੜਾ ਵਧੀਆ ਇੱਕ ਗੱਲ ਲਿਖੀ ਸੀ। ਉਹ ਕਹਿੰਦੇ ਸੱਚ, ਤੁਸੀਂ ਇਹ ਨਹੀਂ ਯਾਦ ਕਰਨਾ ਵੀ ਕਿਹੜਾ ਵਧੀਆ ਕਿਹੜਾ ਘਟੀਆ, ਤੁਸੀਂ ਯਾਦ ਕਰਨਾ, ਕਹਿੰਦੇ ਉਹਨਾਂ ਨੇ ਕਿਹਾ ਸੀਗਾ ਕਿ ਕਹਿੰਦੇ ਤੁਸੀਂ ਇੱਕ ਗੱਲ ਯਾਦ ਰੱਖਿਓ ਵੀ ਸੱਚ, ਚੰਗੀ ਗੱਲ। ਪੰਜਾਬੀ 'ਚ ਆਪਾਂ ਜੇ ਆਪਾਂ ਨੂੰ ਇੰਗਲਿਸ਼ 'ਚ ਲਿਖੀ, ਆਪਾਂ ਸੱਚ ਲਿਖਾਂਗੇ ਨਾ, ਸੱਚ, ਚੰਗੀ ਗੱਲ। ਹੁਣ ਇਹਦੇ ਪਹਿਲੇ ਅੱਖਰ ਚੱਕ ਲਓ, ਸੱਸਾ, ਸੱਚ, ਮਤਲਬ ਕੀ ਆ ਬੱਚੇ? ਸਿਲਵਰ। ਸਿਲਵਰ ਸਭ ਤੋਂ ਵਧੀਆ ਕੰਡਕਟਰ ਹੈਗਾ। ਚੰਗੀ, ਸੀ, ਮਤਲਬ ਕਾਪਰ। ਪਹਿਲਾਂ ਸਿਲਵਰ ਦਾ, ਦੂਜੇ ਨੰਬਰ 'ਤੇ ਕਾਪਰ ਆਉਂਦਾ। ਗੱਲ, ਤੀਜੇ ਨੰਬਰ 'ਤੇ ਆਉਂਦਾ ਬੱਚੇ ਗੋਲਡ, ਚੌਥੇ 'ਤੇ ਆਉਂਦਾ ਐਲੂਮੀਨੀਅਮ। ਇਹਦਾ ਮਤਲਬ ਆਹ ਤਰਤੀਬ ਆ ਜਿਹੜੀ ਸਭ ਤੋਂ ਵਧੀਆ, ਜਿਹੜਾ ਸਿਲਵਰ, ਉਸ ਤੋਂ ਥੋੜ੍ਹਾ ਜਿਹਾ ਘੱਟ ਵਧੀਆ ਕਾਪਰ, ਉਸ ਤੋਂ ਘੱਟ ਵਧੀਆ ਗੋਲਡ, ਲਾਸਟ ਐਲੂਮੀਨੀਅਮ। ਇਹ ਤਰਤੀਬ ਯਾਦ ਰੱਖਣੀ ਆ। ਸੱਚ, ਚੰਗੀ ਗੱਲ ਹੈ, ਸਭ ਤੋਂ ਵਧੀਆ ਸਿਲਵਰ, ਉਸ ਤੋਂ ਘਟੀਆ ਕਾਪਰ, ਉਸ ਤੋਂ ਘਟੀਆ ਗੋਲਡ, ਸਭ ਤੋਂ ਘਟੀਆ ਐਲੂਮੀਨੀਅਮ, ਠੀਕ ਹੈ। ਹੁਣ ਤੁਸੀਂ ਕਹਿੰਦੇ ਵੀ ਸਾਰੀ ਥਾਂ ਦੇ ਉੱਪਰ ਆਪਾਂ ਸਿਲਵਰ ਕਿਉਂ ਨਹੀਂ ਪਾ ਲੈਂਦੇ ਜੀ? ਬੱਚਿਓ ਪੈਸਾ ਵੀ ਤਾਂ ਚਾਹੀਦਾ। ਹੁਣ ਤਾਰਾਂ ਤੁਹਾਡੇ ਪਿੰਡ ਦੇ ਵਿੱਚ ਪਾ ਦਈਏ ਸਿਲਵਰ ਦੀਆਂ, ਤੁਸੀਂ ਕੀ ਕੱਟ ਕੇ ਸੁੱਚ ਲੈ ਜਾਓਗੇ, ਲਾ ਕੇ ਕੀ ਘਰੇ ਸਪਲਾਈ ਆਉਣੀ ਹੈਗੀ ਕਿਸੇ ਦੇ? ਉੱਥੇ ਐਲੂਮੀਨੀਅਮ ਪਾਉਣਾ ਪੈਂਦਾ ਕਿਉਂਕਿ ਸਸਤਾ ਹੈਗਾ। ਅਗਲਾ ਮਿਹਨਤ ਕਰੇ, ਉਹਨੂੰ ਵੱਟਿਆ ਕੁਛ ਜਾਵੇ ਨਾ, ਉੱਥੇ ਚੋਰੀ ਦੇ ਚਾਂਸ ਘੱਟ ਹੁੰਦੇ ਨੇ ਨਾ। ਤੁਸੀਂ ਬਾਹਰਲੇ ਪਾਸੇ ਇੱਕ ਬੁਲਟ ਖੜਾ ਦਿਓ ਬਿਨਾਂ ਲੋਕ ਲਾਏ, ਅਤੇ ਇੱਕ ਸਕੂਟਰ ਖੜਾ ਦਿਓ ਜਿਹੜਾ ਕਿੱਕਾਂ 'ਤੇ ਸਟਾਰਟ ਹੀ ਨਾ ਹੋਵੇ, ਬੰਦਾ ਕਿਹਨੂੰ ਚੱਕ ਕੇ ਲੈ ਕੇ ਜਾਊਗਾ? ਚੋਰੀ ਉਸ ਚੀਜ਼ ਦੀ ਹੋਊ ਜਿਹੜੀ ਚੀਜ਼ ਮਹਿੰਗੀ ਹੋਊ। ਤਾਂ ਜ਼ਿਆਦਾਤਰ ਅਸੀਂ ਪਰ ਜਿਹੜੇ ਕਨੈਕਟਰ ਹੈਗੇ, ਜਿਹੜੇ ਜਿੰਨੇ ਵੀ ਯੂਜ਼ ਕਰਦੇ ਹੈਗੇ, ਐਲੂਮੀਨੀਅਮ ਦੇ ਕਰਦੇ ਹੈਗੇ, ਠੀਕ ਹੈ ਬੱਚੇ, ਕਿਉਂਕਿ ਸਸਤਾ ਹੈਗਾ ਇਹ। ਚਲੋ, ਗਲਤੀ ਦੱਸਦਾ ਹੁਣ ਤੁਹਾਨੂੰ ਮੈਂ, ਗਲਤੀ ਕੀ ਹੁੰਦੀ ਹੈ। ਗਲਤੀ ਕਈ ਵਾਰੀ ਕੀ ਹੁੰਦੀ ਹੈ ਬੱਚੇ, ਅਸੀਂ ਯਾਰ ਰੱਟਾ ਮਾਰ ਰਹੇ ਨਾ, ਸੱਚ ਚੰਗੀ ਗੱਲ ਹੈ, ਸੱਚ ਚੰਗੀ ਗੱਲ ਹੈ,
ਪੇਪਰ 'ਚ ਆ ਗਿਆ ਘਟੀਆ ਤੋਂ ਵਧੀਆ। ਐਡਾ ਦਿਮਾਗ ਕਿੱਥੇ ਹੁੰਦਾ ਵੀ ਆਪਾਂ ਘਟੀਆ ਤੋਂ ਵਧੀਆ ਪੜ੍ਹਿਆ ਸੀਗਾ ਉੱਥੇ ਕਿ ਵਧੀਆ ਤੋਂ ਘਟੀਆ ਪੜ੍ਹਿਆ ਸੀਗਾ। ਅਸੀਂ ਕਹਿੰਦੇ ਵੀ ਹਾਂਜੀ ਉਹੀ ਕੁਐਸਚਨ ਆ ਗਿਆ ਜਿਹੜਾ ਸਾਨੂੰ ਪੜ੍ਹਾਇਆ ਗਿਆ ਸੀਗਾ, ਸੱਚ ਚੰਗੀ ਗੱਲ ਹੈ, ਅਸੀਂ ਆਨਸਰ ਇਹ 'ਤੇ ਲਾ ਦਾਂਗੇ। ਆਹ ਕੁਐਸਚਨ ਵਾਸਤੇ ਰਾਜੇ ਆਹ ਆਨਸਰ ਗਲਤ ਹੋ ਜਾਊਗਾ। ਹੁਣ ਘਟੀਆ ਪਹਿਲਾਂ ਦੱਸਣਾ, ਮਤਲਬ ਪਿੱਛੇ ਸ਼ੁਰੂ ਕਰਨਾ। ਐਲੂਮੀਨੀਅਮ ਪਹਿਲੇ ਨੰਬਰ 'ਤੇ ਆਊਗਾ, ਦੂਜੇ ਨੰਬਰ 'ਤੇ ਗੋਲਡ ਆਊਗਾ। ਹੈਗਾ ਕਿਤੇ ਐਲੂਮੀਨੀਅਮ ਪਹਿਲੇ ਨੰਬਰ 'ਤੇ ਲਿਖਿਆ, ਦੋਨਾਂ 'ਚ ਲਿਖਿਆ ਹੋਇਆ। ਦੂਜੇ ਨੰਬਰ 'ਤੇ ਗੋਲਡ ਆਊ, ਕਿੱਥੇ ਲਿਖਿਆ, ਇੱਥੇ ਲਿਖਿਆ ਹੋਇਆ। ਤੀਜੇ ਨੰਬਰ 'ਤੇ ਕੀ ਆਊ ਰਾਜੇ, ਇੱਧਰ ਨੂੰ ਚੱਲ ਪਓ ਹੁਣ ਡਿਸੈਂਡਿੰਗ ਆਰਡਰ। ਆਹਾ ਇਹਦਾ ਮਤਲਬ ਕੀ ਹੈ ਬੱਚੇ, ਫਿਰ ਆਨਸਰ ਕੀ ਆਊਗਾ ਤੁਹਾਡਾ, ਡੀ ਆਊਗਾ। ਜੇ ਘਟੀਆ ਤੋਂ ਵਧੀਆ ਹੋਵੇ, ਸਭ ਤੋਂ ਘਟੀਆ ਪਹਿਲਾਂ ਲਿਖਣਾ, ਸਭ ਤੋਂ ਵਧੀਆ ਲਾਸਟ 'ਚ ਲਿਖਣਾ। ਕਲੀਅਰ ਹੋ ਗਈ ਜੀ ਗੱਲ। ਇਹ ਜਿੰਨੀਆਂ ਵੀ ਆਹ ਗੋਲ ਜਿਹੜਾ ਕਾਪਰ ਹੈਗਾ ਬੱਚੇ, ਉਹ ਕਾਪਰ ਕਿੱਥੇ ਯੂਜ਼ ਹੁੰਦਾ ਹੈਗਾ, ਜ਼ਿਆਦਾਤਰ ਜਿੰਨੀਆਂ ਵੀ ਮੋਟਰਾਂ ਨੇਗੀਆਂ ਨਾ ਉਹਦੇ ਵਿੱਚ ਕਾਪਰ ਯੂਜ਼ ਕਰਦੇ ਆ। ਅਤੇ ਜਿੰਨੇ ਵੀ ਸਾਡੇ ਆਹ ਕਨੈਕਟਰ ਨੇ ਬਾਹਰਲੇ ਬੱਸ ਬਾਰਾਂ ਨੇ, ਉਹ ਐਲੂਮੀਨੀਅਮ ਦੇ ਯੂਜ਼ ਹੁੰਦੀਆਂ ਨੇ। ਸਿਲਵਰ ਜ਼ਿਆਦਾਤਰ ਜਿਹੜੀਆਂ ਸਾਡੀਆਂ ਇਲੈਕਟ੍ਰੋਨਿਕ ਚੀਜ਼ਾਂ ਨੇ ਨਾ, ਜਿੱਥੇ ਵੋਲਟੇਜ ਬਹੁਤ ਘੱਟ ਹੁੰਦੀ ਆ, ਉੱਥੇ ਰਜਿਸਟੈਂਸ ਵੀ ਘੱਟ ਰੱਖਣੀ ਹੁੰਦੀ ਹੈਗੀ। ਚਾਲਕਤਾ ਵਧੀਆ ਹੋਣੀ ਚਾਹੀਦੀ ਹੈ, ਤਾਂ ਹੀ ਕਰੰਟ ਫਲੋ ਹੋਊਗਾ। ਅਤੇ ਜਿਹੜੇ ਸਾਡੇ ਮਦਰਬੋਰਡ ਨੇਗੇ ਕੰਪਿਊਟਰਾਂ ਦੇ ਅੰਦਰ, ਉੱਥੇ ਸਿਲਵਰ ਜਾਂ ਗੋਲਡ ਦੀਆਂ ਜਿਹੜੀਆਂ ਨੇ ਤਾਰਾਂ ਉੱਥੇ ਉਹ ਯੂਜ਼ ਹੁੰਦੀਆਂ ਨੇਗੀਆਂ। ਕਲੀਅਰ ਹੋ ਗਈ ਜੀ ਗੱਲ। ਜਾਂ ਫਿਰ ਸਿਲਵਰ ਇੱਕ ਹੋਰ ਥਾਂ 'ਤੇ ਯੂਜ਼ ਹੁੰਦਾ, ਇੱਕ ਫਿਊਜ਼ ਹੁੰਦਾ HRC ਫਿਊਜ਼, ਉਹਦੇ ਅੰਦਰ ਵੀ ਜਿਹੜੀ ਤਾਰ ਹੁੰਦੀ ਹੈ ਬਹੁਤ ਬਰੀਕ ਜੀ, ਉਹ ਕਾਹਦੀ ਪਾਈ ਹੁੰਦੀ, ਸਿਲਵਰ ਦੀ ਪਾਈ ਹੁੰਦੀ ਹੈ। ਠੀਕ ਹੈ ਬੱਚਿਓ, ਚਲੋ ਅੱਗੇ ਚੱਲਦੇ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਇਹ ਚੰਗੀ ਲੱਗ ਰਹੀ ਹੋਏਗੀ, ਵੀਡੀਓ ਸਮਝ ਆ ਰਹੀ ਹੋਏਗੀ। ਜੇ ਵਧੀਆ ਲੱਗ ਰਹੀ ਹੈ ਤਾਂ ਲਾਈਕ ਤਾਂ ਜ਼ਰੂਰ ਕਰ ਦਿਓ ਯਾਰ, ਹੈ ਨਾ। ਅਗਲਾ ਕੁਐਸਚਨ ਦੇਖਦੇ ਹਾਂ, ਕੰਡਕਟਰ ਦਾ ਤਾਪਮਾਨ ਵਧਣ ਨਾਲ ਰਜਿਸਟੈਂਸ 'ਤੇ ਪ੍ਰਭਾਵ। ਹੁਣ ਕੰਡਕਟਰ ਕੀ ਹੁੰਦਾ ਬੱਚੇ, ਉਹ ਕੰਡਕਟਰ ਹੁੰਦਾ ਹੈਗਾ ਜਿਹੜਾ ਕਰੰਟ ਨੂੰ ਲੰਘਾ ਦੇਵੇ। ਇਹਦਾ ਮਤਲਬ ਕੀ ਆ, ਆਗਿਆਕਾਰੀ ਹੈਗਾ, ਹੈ ਨਾ। ਸਾਊ ਹੈਗਾ ਕੰਡਕਟਰ ਆ ਜਿਹੜਾ, ਉਹ ਆਗਿਆਕਾਰੀ ਬੱਚਾ ਇੱਕ। ਜੇ ਆਪਾਂ ਉਹਦਾ ਤਾਪਮਾਨ ਵਧਾਵਾਂਗੇ ਤਾਂ ਕੀ ਹੋਊਗਾ, ਉਹ ਹੋਰ ਆਗਿਆਕਾਰੀ ਹੋ ਜਾਊਗਾ। ਕੰਡਕਟਰ ਨੂੰ ਆਪਾਂ ਜੋੜਨਾ ਇੱਕ ਸਾਊ ਬੱਚੇ ਨਾਲ, ਜਿਹੜਾ ਕਰੰਟ ਲੰਘਾ ਦਿੰਦਾ, ਜਿਹੜਾ ਤੁਹਾਡੀ ਗੱਲ ਮੰਨ ਲੈਂਦਾ ਹੈਗਾ, ਹੈ ਨਾ। ਵੀ ਤੁਸੀਂ ਉਹਨੂੰ ਕਿਹਾ ਵੀ ਕਿਹਾ ਭਾਈ ਤੁਹਾਨੂੰ ਬੈਟਰੀ ਦੇਤੀ ਅਤੇ ਕਰੰਟ ਲੰਘਾ ਦੇ, ਉਹਨੇ ਲੰਘਾਤਾ, ਉਹ ਸਾਊ ਹੈਗਾ। ਹੁਣ ਪਰ ਜੇ ਤੁਸੀਂ ਉਹ ਸਾਊ ਪਹਿਲਾਂ ਹੀ ਹੈਗਾ ਕਿਸੇ ਦਾ ਜਵਾਕ, ਅਤੇ ਤੁਸੀਂ ਉਹਨੂੰ ਫਿਰ ਵੀ ਹਟਦੇ ਨਹੀਂ ਹੈਗੇ, ਉਹਨੂੰ ਗਰਮੀ ਦੇਈ ਜਾਂਦੇ ਹੋ, ਗਾਲਾਂ ਕੱਢ ਉਹਨੂੰ ਗਰਮੀ ਦੇਈ ਜਾਂਦੇ ਹੋ ਤੁਸੀਂ, ਤਾਂ ਇੱਕ ਹੱਦ ਤੋਂ ਬਾਅਦ ਅਗਲਾ ਕੀ ਕਰੂਗਾ, ਤੁਹਾਡੀ ਗੱਲ ਮੰਨਣ ਲੱਗ ਜਾਊਗਾ ਕਿ ਹਟ ਜਾਊਗਾ ਮੰਨਣੋਂ। ਬੱਚੇ ਉਹ ਹਟ ਜਾਊਗਾ, ਉਹ ਤੁਹਾਡੀ ਗੱਲ ਮੰਨਣੋਂ ਹਟ ਜਾਊਗਾ। ਕਹੂਗਾ ਪਹਿਲਾਂ ਤਾਂ ਮੈਂ ਜਿਹੜਾ ਕੋਈ ਕਰ ਸਕਦਾ ਸੀ ਮੈਂ ਤਾਂ ਕਰ ਰਿਹਾ ਗਾ, ਹੁਣ ਜੇ ਫਿਰ ਵੀ ਜੁੱਤੀਆਂ ਖਾਣੀਆਂ ਨੇ ਕੰਮ ਕਰਦੇ ਹੋਏ, ਫਿਰ ਅਗਲਾ ਕੀ ਕਹਿਣਾ ਹੈਗਾ, ਫਿਰ ਅਗਲਾ ਝੋਗਾ ਚੱਕ ਦਿੰਦਾ। ਪੰਜਾਬੀ 'ਚ ਇਹੀ ਗੱਲ ਕਹਿੰਦੇ ਨਾ ਆਪਾਂ, ਵੀ ਬਸ ਹੁਣ ਨਹੀਂ ਮੈਥੋਂ ਕੁਛ ਹੁੰਦਾ ਜੀ, ਰਹਿਣੇ ਦਿਓ ਤੁਸੀਂ। ਜਿਹੜਾ ਮਤਲਬ ਕੰਡਕਟਰ ਵੀ ਰਾਜੇ ਮੁੱਕਰ ਜਾਊਗਾ ਕਰੰਟ ਲੰਘਾਉਣ 'ਤੇ, ਦਾ ਮਤਲਬ ਮੁੱਕਰ ਦੂਗਾ, ਮਤਲਬ ਕਰੰਟ ਲੰਘਾਉਣ ਤੋਂ ਕਦੋਂ ਮੁੱਕਰ, ਜਦੋਂ ਦੀ ਰਜਿਸਟੈਂਸ ਕੀ ਹੋਊਗੀ, ਵੱਧ ਜੂਗੀ। ਯਾਦ ਰੱਖਣਾ ਗਾ, ਜਿਹੜੇ ਸਾਊ ਬੱਚੇ ਨੇਗੇ, ਜਿਹੜੇ ਕੰਡਕਟਰ ਨੇਗੇ, ਇਹਨਾਂ ਦਾ ਜਿਹੜਾ ਰਜਿਸਟੈਂਸ ਆ, ਉਹ ਰਜਿਸਟੈਂਸ ਵੱਧਦੀ ਆ ਕਾਹਦੇ ਨਾਲ, ਟੈਂਪਰੇਚਰ ਦੇ ਵਧਣ ਨਾਲ। ਇਹਨਾਂ ਨੂੰ ਆਪਾਂ ਕਹਿੰਦੇ ਆਂਗੇ ਪੋਜ਼ੀਟਿਵ ਟੈਂਪਰੇਚਰ ਕੋਐਫੀਸ਼ੀਐਂਟ। ਪੋਜ਼ੀਟਿਵ ਆ ਗਏ ਮਤਲਬ ਵਧਣਾ, ਇਹ ਹੈਗਾ ਪੋਜ਼ੀਟਿਵਿਟੀ ਨਹੀਂ ਮਤਲਬ ਪੋਜ਼ੀਟਿਵ ਟੈਂਪਰੇਚਰ ਕੋਐਫੀਸ਼ੀਐਂਟ, ਵੀ ਵਧਣ ਨਾਲ ਵੱਧ ਰਹੇ ਨੇ। ਜਿਹੜੇ ਹੈਗੇ ਨੇ ਨਲਾਇਕ, ਜਾਂ ਫਿਰ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਢੀਠ ਪਤਾ ਕੌਣ ਨੇ, ਜਿਹੜੇ ਕਰੰਟ ਨੂੰ ਨਹੀਂ ਲੰਘਾਉਂਦੇ, ਉਹਨੂੰ ਆਪਾਂ ਕਹਿੰਦੇ ਹਾਂ ਕੁਚਾਲਕ। ਅਤੇ ਇੰਗਲਿਸ਼ 'ਚ ਉਹਨੂੰ ਆਪਾਂ ਕਹਿੰਦੇ ਆਂਗੇ ਕਿਹੜਾ ਹੋਰ ਇੱਕ ਨਾਮ ਹੁੰਦਾ, ਇੰਸੂਲੇਟਰ। ਇਹ ਜਿਹੜਾ ਹੁਣ ਜੇ ਢੀਠ ਆ ਉਹਨੂੰ ਗਾਲਾਂ ਦੇਵੋਗੇ, ਚਾਂਸਿਸ ਹੈਗੇ ਨੇ ਨਾ ਵੀ ਉਹ ਸੁਧਰ ਜੇ, ਉਹ ਮੰਨ ਲਏ ਤੁਹਾਡੀ ਵੱਲ। ਤਾਂ ਉਹਦੇ ਵਿੱਚ ਰਾਜੇ ਆਪਾਂ ਟੈਂਪਰੇਚਰ ਜਦੋਂ ਆਪਾਂ ਵਧਾਵਾਂਗੇ, ਟੈਂਪਰੇਚਰ ਦੇ ਵਧਾਉਣ ਦੇ ਨਾਲ ਬੱਚੇ ਰਜਿਸਟੈਂਸ ਕੀ ਹੋਊਗੀ, ਉਹਦੀ ਰਜਿਸਟੈਂਸ ਘਟੂਗੀ। ਇਹਨੂੰ ਆਪਾਂ ਕਹਿੰਦੇ ਹਾਂ ਨੈਗੇਟਿਵ ਟੈਂਪਰੇਚਰ ਕੋਐਫੀਸ਼ੀਐਂਟ। ਯਾਦ ਰੱਖਣਾ, ਕੰਡਕਟਰ ਜਿਹੜੇ ਹੁੰਦੇ ਹੈਗੇ ਪੋਜ਼ੀਟਿਵ ਟੈਂਪਰੇਚਰ ਕੋਐਫੀਸ਼ੀਐਂਟ ਹੁੰਦੇ ਆ, ਇਹਨਾਂ ਦਾ ਜਿਹੜਾ ਰਜਿਸਟੈਂਸ ਹੁੰਦਾ ਉਹ ਵਾਧਾ ਹੁੰਦਾ, ਕਾਹਦੇ ਨਾਲ, ਟੈਂਪਰੇਚਰ ਦੇ ਵਧਾਉਣ ਨਾਲ। ਢੀਠ ਜਿਹੜੇ ਹੈਗੇ, ਕੁਚਾਲਕ ਜਿਹੜੇ ਕਰੰਟ ਨੂੰ ਨਹੀਂ ਲੰਘਾਉਂਦੇ ਹੈਗੇ, ਉਹ ਢੀਠ ਨੇ। ਪਹਿਲਾਂ ਉਹਨਾਂ ਨੂੰ ਸਾਊ ਕਰਨ ਵਾਸਤੇ ਸਾਨੂੰ ਥੋੜ੍ਹੀਆਂ ਬਹੁਤੀਆਂ ਗਾਲਾਂ ਕੱਢਣੀਆਂ ਪੈਂਦੀਆਂ ਨੇਗੀਆਂ, ਸਾਨੂੰ ਟੈਂਪਰੇਚਰ ਇੰਕਰੀਜ਼ ਕਰਨਾ ਪੈਂਦਾ ਤਾਂ ਕਿ ਉਹਨਾਂ ਦੀ ਰਜਿਸਟੈਂਸ ਘੱਟ ਜੇ ਅਤੇ ਕਰੰਟ ਨੂੰ ਉਹ ਲੰਘਾ ਲੈਣ। ਇੱਕ ਤੀਜੇ ਤਰ੍ਹਾਂ ਦੇ ਹੁੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਗਾ, ਨਾ ਤਾਂ ਉਹ ਕਰੰਟ ਦੇ ਵਧਣਾ ਵੱਧਦੇ ਆ ਨਾ ਘੱਟਦੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜ਼ੀਰੋ ਟੈਂਪਰੇਚਰ। ਇਹ ਸਾਰੇ ਕੁਐਸਚਨ ਮੈਂ ਇੱਕ ਥਾਂ 'ਚ ਕੰਪਲੀਟ ਕਰਵਾ ਰਿਹਾ ਗਾ। ਜ਼ੀਰੋ ਟੈਂਪਰੇਚਰ ਕੋਐਫੀਸ਼ੀਐਂਟ, ਇਹਦੇ ਵਿੱਚ ਆਉਂਦਾ ਰਾਜੇ ਇੱਕ ਮੈਗਨੀਨ ਆਉਂਦਾ ਗਾ, ਇਹਦੇ ਵਿੱਚ ਮੈਗਨੀਨ, ਇਹ ਗੱਲ ਯਾਦ ਰੱਖਿਓ। ਇੱਕ ਆਉਂਦਾ ਗਾ ਕੌਂਸਟੈਂਟਨ, ਇਹਨੂੰ ਪੰਜਾਬੀ 'ਚ ਲਿਖ ਲਿਓ ਮੈਗਨੀਨ, ਠੀਕ ਆ। ਕੌਂਸਟੈਂਟਨ
ਇਹ ਦੋਨੇ ਹੈਗੇ, ਇਹਨਾਂ ਨਾਲ ਰਾਜੇ ਚਾਹੇ ਟੈਂਪਰੇਚਰ ਵਧਾ ਦਿਓ ਚਾਹੇ ਘਟਾ ਦਿਓ, ਇਹਨਾਂ ਦੀ ਰੈਜ਼ਿਸਟੈਂਸ ਨਾ ਵੱਧਦੀ ਆ ਨਾ ਘਟਦੀ ਹੈ। ਓਕੇ, ਅੱਗੇ ਚਲੋ। ਕਨੈਕਟਰ ਦੀ ਰੈਜ਼ਿਸਟੈਂਸ ਨਿਰਭਰ ਕਰਦੀ ਹੈ। ਕਨੈਕਟਰ ਦੀ ਰੈਜ਼ਿਸਟੈਂਸ ਕਾਹਤੇ ਨਿਰਭਰ ਕਰਦੀ ਹੈ? ਹੁਣ ਜੇ ਤੁਹਾਡੀ ਕੋਈ ਗੱਲ ਮੰਨਦਾ ਰਾਜੇ, ਹੁਣ ਜੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਇੱਕ ਛੋਟਾ ਜਿਹਾ ਬੱਚਾ ਉਹਨੂੰ ਤੁਸੀਂ ਕੋਈ ਵੀ ਕੰਮ ਕਹਿਣਗੇ ਤੁਹਾਡੀ ਗੱਲ ਮੰਨੂਗਾ। ਉਹ ਕਾਹਤੇ ਡਿਪੈਂਡ ਕਰਦਾ ਗੱਲ ਮੰਨਣਾ? ਸਾਊ ਬੱਚਾ ਡਿਪੈਂਡ ਤਾਂ ਉਹਦੇ ਆਪਦੇ ਆਕਾਰ 'ਤੇ, ਉਹਦੀ ਉਮਰ 'ਤੇ ਉਹਦੀ ਬਾਡੀ 'ਤੇ ਕਰਦਾ ਨਾ। ਉਸੇ ਤਰੀਕੇ ਨਾਲ ਜਿਹੜਾ ਕਨੈਕਟਰ ਹੁੰਦਾ ਬੱਚੇ, ਜਿਹੜੀ ਉਹਦੀ ਰੈਜ਼ਿਸਟੈਂਸ ਹੁੰਦੀ ਹੈਗੀ, ਉਹ ਨਿਰਭਰ ਕਾਹਤੇ ਕਰਦੀ ਹੈ? ਰੈਜ਼ਿਸਟੈਂਸ ਦਾ ਫਾਰਮੂਲਾ ਹੁੰਦਾ ρL/A। ਮਤਲਬ ਜੇ ਲੰਬਾਈ ਵਧੂਗੀ ਤਾਂ ਰੈਜ਼ਿਸਟੈਂਸ ਵੱਧ ਜਾਂਦੀ ਹੈ। ਇਹਦਾ ਮਤਲਬ ਲੰਬੇ ਕੰਡਕਟਰ ਦੇ ਵਿੱਚੋਂ ਕਰੰਟ ਔਖਾ ਲੰਘਦਾ ਐਜ਼ ਕੰਪੇਅਰ ਟੂ ਛੋਟੇ ਦੇ ਵਿੱਚੋਂ। ਅਤੇ ਜੇ ਏਰੀਆ ਵੱਧ ਹੋਊਗਾ ਤਾਂ ਉਸ ਵੇਲੇ ਇਹਦੀ ਰੈਜ਼ਿਸਟੈਂਸ ਘੱਟ ਹੋਊਗੀ, ਉਸ ਵੇਲੇ ਕਰੰਟ ਜ਼ਿਆਦਾ ਜਾਊਗਾ। ਇੱਕ ਨਾਲੀ ਨਾਲ ਕੰਪੇਅਰ ਕਰ ਲਿਓ। ਜੇ ਨਾਲੀ ਵਿੱਚ ਉਹਦਾ ਏਰੀਆ ਜਿਹੜਾ ਬਿਆਸ ਹੈਗਾ, ਜਿਹੜਾ ਬਿਆਸ ਆ ਜੇ ਜ਼ਿਆਦਾ ਹੋਊਗਾ ਤਾਂ ਕਰੰਟ ਜਿਹੜਾ ਸੌਖਾ ਲੰਘੂਗਾ ਨਾ, ਠੀਕ ਹੈ, ਸੌਖਾ ਲੰਘੂਗਾ। ਇਹਦਾ ਮਤਲਬ ਕੀ ਹੈਗਾ? ਜੇ ਕਿਸੇ ਕੰਡਕਟਰ ਦਾ ਬਿਆਸ ਆ ਜਿਹੜਾ ਉਹ ਵੱਧ ਹੈਗਾ ਤਾਂ ਉਹਦੇ ਵਿੱਚ ਦੀ ਕਰੰਟ ਸੌਖਾ ਲੰਘੂ, ਮਤਲਬ ਉਹਦੀ ਰੈਜ਼ਿਸਟੈਂਸ ਆ ਜਿਹੜੀ ਉਹ ਘੱਟ ਹੈਗੀ। ਜੇ ਲੰਬਾਈ ਬਹੁਤ ਜ਼ਿਆਦਾ ਹੈਗੀ ਤਾਂ ਦੇਖੋ ਸਾਰੀਆਂ ਕੰਧਾਂ ਦੇ ਵਿੱਚ ਟਕਰਾ ਕੇ ਜਾਣਾ, ਕਰੰਟ ਨੇ ਵੱਧ ਗਿਆ ਨਾ ਕੰਧਾਂ, ਤਾਂ ਇੱਥੇ ਰੈਜ਼ਿਸਟੈਂਸ ਵੱਧ ਹੋਊਗੀ ਬੱਚੇ, ਇੱਥੇ ਕਰੰਟ ਜਿਹੜਾ ਹੋਊਗਾ ਘੱਟ ਹੋਊ। ਤਾਂ ਲੰਬਾਈ ਦੇ ਵਧਾਇਆ ਰੈਜ਼ਿਸਟੈਂਸ ਵੱਧਦੀ ਹੈਗੀ, ਜਿੱਥੇ ਰੈਜ਼ਿਸਟੈਂਸ ਵੱਧ ਗਈ ਉੱਥੇ ਕਰੰਟ ਕੀ ਹੋ ਗਿਆ? ਘੱਟ ਗਿਆ। ਅਤੇ ਏਰੀਏ ਦੇ ਵਧਾਇਆ ਰੈਜ਼ਿਸਟੈਂਸ ਕੀ ਹੁੰਦੀ ਹੈਗੀ? ਘੱਟਦੀ ਹੈ, ਅਤੇ ਕਰੰਟ ਕੀ ਹੁੰਦਾ? ਵੱਧਦਾ। ਚਲੋ, ਲੰਬਾਈ ਦੇ ਵਧਾਇਆ ਜਿਹੜੀ ਚੀਜ਼ ਉੱਪਰਲੇ ਪਾਸੇ ਹੁੰਦੀ ਹੈ ਬੱਚਿਓ ਬਟੇ ਦੇ, ਉਹਦੇ ਵਧਣ ਦੇ ਨਾਲ ਇੱਧਰਲੇ ਪਾਸੇ ਵਾਲੀ ਆ ਉਹ ਚੀਜ਼ ਵੀ ਵੱਧਦੀ ਹੁੰਦੀ ਆ। ਲੰਬਾਈ ਦੇ ਵਧਾਇਆ ਰੈਜ਼ਿਸਟੈਂਸ ਵੱਧਦੀ ਆ, ਅਤੇ ਲੰਬਾਈ ਦੇ ਘਟਾਇਆ ਰੈਜ਼ਿਸਟੈਂਸ ਘਟਦੀ ਆ। ਠੀਕ ਆ। ਏਰੀਏ ਦੇ ਵਧਾਇਆ ਰੈਜ਼ਿਸਟੈਂਸ ਕੀ ਹੁੰਦੀ ਹੈਗੀ? ਘਟਦੀ ਆ। ਅਤੇ ਏਰੀਏ ਦੇ ਘਟਾਇਆ ਰੈਜ਼ਿਸਟੈਂਸ ਕੀ ਹੁੰਦੀ ਆ? ਵੱਧਦੀ ਆ। ਹੁਣ ਜੇ ਰੈਜ਼ਿਸਟੈਂਸ ਵੱਧਦਾ ਇਹਦਾ ਮਤਲਬ ਕਰੰਟ ਕੀ ਆ ਬੱਚਿਓ? ਘੱਟ ਆ। ਜੇ ਰੈਜ਼ਿਸਟੈਂਸ ਘੱਟ ਆ ਇਹਦਾ ਮਤਲਬ ਕਰੰਟ ਕੀ ਆ ਬੱਚਿਓ? ਵੱਧਦਾ। ਇੱਥੇ ਘੱਟ ਆ ਇਹਦਾ ਮਤਲਬ ਵੱਧਦਾ, ਇੱਥੇ ਵੱਧਦਾ ਇਹਦਾ ਮਤਲਬ ਘੱਟ ਆ। ਇਹਦਾ ਆਪਣੇ ਆਹ ਚੀਜ਼ ਤਾਂ ਤੁਸੀਂ ਆਪਣੇ ਆਪ ਯਾਦ ਕਰਨੀ ਹੈ, ਇਹ ਤੁਹਾਨੂੰ ਵਾਰ-ਵਾਰ ਲਿਖਣੀ ਨਾ ਪਵੇ, ਇਹਨੂੰ ਕੋਈ ਰੱਟਾ ਨਹੀਂ ਮਾਰਨਾ, ਇਹ ਤਾਂ ਯਾਦ ਕਰਨਾ ਵੀ ਜਿੱਥੇ ਕਰੰਟ ਵੱਧਦਾ ਉੱਥੇ ਰੈਜ਼ਿਸਟੈਂਸ ਘੱਟ ਹੋਊਗੀ, ਜਾਂ ਫਿਰ ਜਿੱਥੇ ਰੈਜ਼ਿਸਟੈਂਸ ਵੱਧਦਾ ਉੱਥੇ ਕਰੰਟ ਘੱਟ ਹੋਊਗਾ। ਓਕੇ ਜੀ। ਅਗਲੀ ਗੱਲ, ਓਹਮ ਕਿਸ ਦਾ ਯੂਨਿਟ ਨਹੀਂ ਹੈ? ਰੈਜ਼ਿਸਟੈਂਸ ਵੀ, ਇੰਪੀਡੈਂਸ ਵੀ। ਹੁਣ ਮੇਰੇ ਵਰਗਾ ਕਈ ਵਾਰੀ ਕੀ ਕਰਦਾ ਰਾਜੇ, ਓਹਮ ਪੜ੍ਹਦਾ, ਯੂਨਿਟ ਪੜ੍ਹਦਾ, ਮੋਟੇ ਵਰਡ ਚੱਕਦੇ ਹੁੰਦੇ ਨਾ ਆਪਾਂ, ਓਹਮ ਯੂਨਿਟ, ਤਾਂ ਅਸੀਂ ਦੇਖਿਆ ਰੈਜ਼ਿਸਟੈਂਸ ਆ ਪਿਆ ਗਾ, ਆਨਸਰ ਲਾ ਦਿਓ। ਫਿਰ ਅਸੀਂ ਹੌਲੀ ਦੇਖਿਆ ਯਾਰ ਇੰਪੀਡੈਂਸ ਦਾ ਵੀ ਹੁੰਦਾ, ਇਹਦਾ ਰਿਐਕਟੈਂਸ ਦਾ ਵੀ ਹੁੰਦਾ। ਇਹਦਾ ਕੁਐਸਚਨ ਹੀ ਗਲਤ ਆ ਗਿਆ, ਪੇਪਰ 'ਚ ਕੁਐਸਚਨ ਹੀ ਨਹੀਂ ਪਾਇਆ ਹੋਇਆ, ਤਾਂ ਗਲਤ ਪਤਾ। ਪਰ ਆਹ ਨਹੀਂ ਪੜ੍ਹਨਾ ਵੀ ਓਨਾ ਹੀ ਜ਼ਰੂਰੀ ਆ ਬੱਚਾ। ਨਹੀਂ ਆ ਨਾ ਜਿਹੜਾ, ਇਹ ਇੰਨੀਆਂ ਗਲਤੀਆਂ ਕਰਾਊਗਾ ਨਾ ਤੁਹਾਡੀ, ਲਿਟਰਲੀ ਤੁਸੀਂ ਮੰਨੋ ਇਸ ਗੱਲ ਨੂੰ। ਮੇਰੇ 15 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਮੈਂ ਖੁਦ ਜਾਣਦਾ ਕਿੰਨੇ ਵਧੀਆ ਬੱਚੇ ਆ ਜਿਹੜੇ ਸਿਰਫ ਅੱਧੇ ਨੰਬਰ ਤੋਂ ਰਹਿ ਗਏ ਜੀ। ਆਹ ਨਹੀਂ ਪੜ੍ਹਿਆ ਗਿਆ ਜੀ ਮੈਥੋਂ, ਅਸੀਂ ਪੁੱਠਾ ਆਨਸਰ ਲਾਇਆ ਹੁੰਦਾ ਜੀ। ਤਾਂ ਬੱਚੇ ਯਾਦ ਰੱਖਣਾ ਵੀ ਕਿਸ ਦਾ ਯੂਨਿਟ ਨਹੀਂ ਹੈ। ਰੈਜ਼ਿਸਟੈਂਸ ਜਿਹੜੀ ਹੁੰਦੀ ਹੈਗੀ ਉਹਦਾ ਯੂਨਿਟ ਵੀ ਆਰ ਹੁੰਦਾ ਗਾ, ਓਹਮ ਹੁੰਦਾ ਗਾ। ਰਿਐਕਟੈਂਸ ਜਿਹੜੀ ਹੁੰਦੀ ਹੈ, ਰਿਐਕਟੈਂਸ ਬੱਚੇ ਦੋ ਤਰ੍ਹਾਂ ਦੀ ਹੁੰਦੀ ਹੈਗੀ, ਇੱਕ XL ਹੁੰਦਾ ਗਾ, ਇੱਕ XC ਹੁੰਦੀ ਹੈ। ਰਿਐਕਟੈਂਸ ਦੋ ਤਰ੍ਹਾਂ ਦੀ ਹੁੰਦੀ ਹੈਗੀ, ਰਿਐਕਟੈਂਸ ਵੀ। ਇੰਡਕਟਿਵ ਰਿਐਕਟੈਂਸ ਜਿਨ੍ਹਾਂ ਨੇ ਸਾਡੀ AC ਸਰਕਟ ਪੜ੍ਹਿਆ ਹੋਇਆ ਹੈਗਾ ਇੱਥੋਂ YouTube ਚੈਨਲ ਤੋਂ, ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਊਗੀ, AC ਸਾਰਾ ਫਰੀ 'ਚ ਕਰਵਾਇਆ ਹੋਇਆ। ਇੰਡਕਟਿਵ ਅਤੇ ਕਪੈਸਿਟਿਵ ਰਿਐਕਟੈਂਸ, ਇਹ ਦੋਨਾਂ ਦੇ ਯੂਨਿਟ ਕੀ ਹੁੰਦੇ ਆ ਬੱਚੇ? ਉਹ ਓਹਮ ਹੁੰਦੇ ਹੈਗੇ, ਦੋਨਾਂ ਯੂਨਿਟ ਓਹਮ ਹੁੰਦੇ ਆ। ਤਾਂ ਰਿਐਕਟੈਂਸ ਦੇ ਯੂਨਿਟ ਵੀ ਓਹਮ ਹੋ ਗਏ। ਹੁਣ ਇਹ ਜਿਹੜੇ ਦੋਨਾਂ ਨੂੰ ਜੋੜ ਕੇ ਬਣਦਾ ਬੱਚੇ, ਉਹ ਬਣਦਾ ਗਾ ਇੰਪੀਡੈਂਸ। ਇੰਪੀਡੈਂਸ ਦੇ ਯੂਨਿਟ ਵੀ ਓਹਮ ਹੁੰਦੇ ਆ। ਇਹ ਸਾਰਿਆਂ ਦੇ ਯੂਨਿਟ ਬੱਚੇ ਓਹਮ ਆ। ਬਸ ਇਕੱਲੀ ਜਿਹੜੀ ਇੰਡਕਟੈਂਸ ਹੈਗੀ L, ਜਿਹੜਾ ਇੰਡਕਟਰ ਹੁੰਦਾ ਗਾ, ਇਹਦੇ ਯੂਨਿਟ ਨੇ ਬੱਚੇ ਉਹ ਹੁੰਦੇ ਨੇਗੇ ਹੈਨਰੀ। ਨਹੀਂ ਦੇ ਹਿਸਾਬ ਦੇ ਨਾਲ ਜਿਹੜਾ ਆਨਸਰ ਆਊਗਾ D ਆਊਗਾ ਸਾਡਾ। ਕਲੀਅਰ ਹੋ ਗਈ ਜੀ ਗੱਲ? ਚਲੋ, ਇਹੀ ਕੁਐਸਚਨ ਸੀਗੇ ਬੱਚੇ ਤੁਹਾਡੇ, ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਿਓ, 2 ਵਾਰੀ ਦੇਖ ਲਿਓ ਵੀਡੀਓ ਨੂੰ। ਮੈਨੂੰ ਉਮੀਦ ਹੈ ਤੁਹਾਨੂੰ ਸੌਖੇ ਲੱਗੇ ਹੋਣਗੇ ਕੁਐਸਚਨ। ਅਗਲੀ ਵਾਰ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਉਨੀ ਦੇਰ ਤੱਕ ਤੁਸੀਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਵਾਰੀ ਤੁਹਾਨੂੰ ਇਹ ਵੀਡੀਓ ਮਿਲ ਸਕੇ ਇੱਦਾਂ ਦੀਆਂ। ਠੀਕ ਹੈ ਜੀ, ਧੰਨਵਾਦ ਬੱਚਿਓ।